7 ਅਕਤੂਬਰ 2001 8,265 ਦਿਨ 22 ਸਾਲ 7 ਮਹੀਨੇ ਤੇ 17 ਦਿਨ। ਇਹ ਉਹ ਕਾਲ ਹੈ ਜਦੋਂ ਤੋਂ ਮੋਦੀ ਭਾਰਤ ਤੇ ਰਾਜ ਕਰ ਰਿਹਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਭਾਰਤ ਵਿੱਚ VOTING ਦਾ ਸਮਾਂ ਫੇਰ ਤੋਂ ਚੱਲ ਰਿਹਾ ਤੇ ਸਾਰੇ ਪਾਸੇ ਅਸੀਂ ਸੁਣ ਰਹੇ ਹਾਂ ਕਿ ਮੋਦੀ ਇਹ ਤੇ ਮੋਦੀ ਉਹ। ਮੋਦੀ ਜੀ ਚੰਗੇ ਹਨ ਜਾਂ ਮਾੜੇ, ਇਹ ਤਾਂ ਡਿਪੈਂਡ ਕਰਦਾ ਹੈ ਕਿ ਤੁਸੀਂ ਇਹ ਸਵਾਲ ਪੁੱਛਦੇ ਕਿਹਨੂੰ ਹੋ। ਇੱਕ ਪਾਸੇ ਚੰਕ ਆਫ ਮੋਦੀ ਭਗਤ ਉਹਨੂੰ ਦੇਸ਼ ਦਾ ਸੁਪਰ ਹੀਰੋ ਕਹਿੰਦੇ ਹਨ, ਉਹਦੀ ਪੂਜਾ ਕਰਦੇ ਹਨ ਤੇ ਉਹਨੂੰ ਸ਼੍ਰੀ ਰਾਮ ਤੱਕ ਨਾਲ ਕੰਪੇਅਰ ਕਰੀ ਜਾਂਦੇ ਹਨ। ਦੂਜੇ ਪਾਸੇ ਉਹਦੀ ਆਲੋਚਨਾ ਕਰਨ ਵਾਲੇ ਉਹਨੂੰ ਹਿੰਦੂ ਨੈਸ਼ਨਲਿਸਟ, ਮਾਈਨੋਰਿਟੀਜ਼ ਨਾਲ ਧੱਕਾ ਕਰਨ ਵਾਲਾ ਅਤੇ ਡੈਮੋਕ੍ਰੈਟਿਕ ਨੋਰਮਸ ਦੀਆਂ ਧੱਜੀਆਂ ਉਡਾਉਣ ਵਾਲਾ ਕਹਿੰਦੇ ਹਨ। From this we can say he is definitely a controversial PM, ਮਤਲਬ ਵਿਵਾਦਾਂ ਨਾਲ ਭਰਿਆ ਹੋਇਆ। ਆਂਦੇ ਹਾਂ ਪਹਿਲਾਂ ਮੋਦੀ ਹੈ ਕੌਣ ਤੇ ਉਹ ਇਸ ਪੜਾਅ ਤੱਕ ਪਹੁੰਚਿਆ ਕਿਵੇਂ। ਇਹਦਾ ਪੂਰਾ ਨਾਮ ਨਰਿੰਦਰ ਦਮੋਦਰ ਦਾਸ ਮੋਦੀ ਹੈ, ਜਿਸ ਦਾ ਜਨਮ 17 ਸਤੰਬਰ 1950 ਨੂੰ ਵਡਨਗਰ ਭਾਰਤ ਵਿੱਚ ਹੋਇਆ ਸੀ ਅਤੇ ਉਹ ਇੱਕ ਬਹੁਤ ਹੀ ਗਰੀਬ ਜਿਹੇ ਪਰਿਵਾਰ ਨਾਲ ਸੰਬੰਧ ਰੱਖਦਾ ਸੀ। आपने इस सेवक को अवसर दिया। मैं तो गरीब मां का बेटा हूं। ਨਾਲ ਹੀ ਉਹ ਦਾਅਵਾ ਕਰਦਾ ਹੈ ਕਿ ਉਹ ਟ੍ਰੇਨ ਸਟੇਸ਼ਨ ਤੇ ਚਾਹ ਵੇਚਦਾ ਰਿਹਾ ਹੈ। मित्रों, मैं बचपन में रेल के डिब्बे में चाय बेचता था। ਪਰ ਉਸਦੇ ਭਰਾ ਪ੍ਰਹਲਾਦ ਮੋਦੀ ਦਾ ਕੁਝ ਹੋਰ ਹੀ ਕਹਿਣਾ ਹੈ। कहा जाए तो चाय बेचने वाले का बेटा कहना चाहिए, चाय बेचने वाला नहीं कहना चाहिए। ਆਓ ਦੇਖਦੇ ਹਾਂ ਕੁਝ ਪੁਰਾਣੀਆਂ ਫੋਟੋਆਂ ਜਿਨ੍ਹਾਂ ਤੋਂ ਇੰਨਾ ਗਰੀਬ ਨਹੀਂ ਲੱਗ ਰਿਹਾ। ਦੱਸਦੇ ਹਾਂ ਕਿ ਉਹ ਛੋਟੀ ਉਮਰ ਤੋਂ ਹੀ RSS ਦੇ ਵਿਸ਼ਵਾਸਾਂ ਤੋਂ ਕਾਫੀ ਪ੍ਰਭਾਵਿਤ ਸੀ ਅਤੇ 8 ਸਾਲ ਦੀ ਉਮਰ ਤੋਂ ਹੀ ਉਸਨੇ RSS ਜੁਆਇਨ ਕਰ ਲਿਆ ਸੀ। ਫਿਰ ਉਸਨੇ 18 ਸਾਲ ਦੀ ਉਮਰ ਵਿੱਚ ਜਸ਼ੋਦਾਬੇਨ ਨਰਿੰਦਰ ਭਾਈ ਮੋਦੀ ਨਾਲ ਵਿਆਹ ਕਰਵਾ ਲਿਆ। ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਉਸਨੇ ਇਹ ਗੱਲ 40 ਸਾਲ ਪਬਲਿਕਲੀ ਐਕਸੈਪਟ ਨਹੀਂ ਕੀਤੀ ਅਤੇ ਉਸ ਤੋਂ ਬਾਅਦ ਉਦੋਂ ਹੀ ਦੱਸਿਆ ਜਦੋਂ ਉਸਨੂੰ ਆਪ ਜ਼ਰੂਰਤ ਸੀ। ਇਹਦੇ ਹਲਫੇ 'ਚ ਵੀ ਉਹਨੇ ਸਮੇਂ-ਸਮੇਂ ਤੇ ਕਈ ਬਿਆਨ ਦਿੱਤੇ, ਜਿਵੇਂ ਕਿ ਇਹ ਵਿਆਹ ਉਹਦੇ ਪਰਿਵਾਰ ਵੱਲੋਂ ਉਸ ਤੇ ਥੋਪ ਦਿੱਤਾ ਗਿਆ ਸੀ, ਜਾਂ ਫਿਰ ਉਹ ਵਾਰ-ਵਾਰ ਕਹਿੰਦਾ ਹੈ ਕਿ ਉਸਨੇ ਦੇਸ਼ ਦੀ ਖਾਤਰ ਆਪਣੇ ਪਰਿਵਾਰ ਨੂੰ ਛੱਡ ਦਿੱਤਾ। मैंने घर, परिवार, सब कुछ देश के लिए छोड़ा है। ਖੈਰ ਇਹ ਉਹਦੀ ਪਰਸਨਲ ਲਾਈਫ ਹੈ, ਪਰ ਮੈਂ ਸੋਚਦੀ ਹਾਂ ਕਿ ਦੇਸ਼ ਤੇ ਕਮਿਊਨਿਟੀ ਨੂੰ ਚਲਾਉਣ ਲਈ ਘਰ ਛੱਡਣ ਦੀ ਕੀ ਲੋੜ ਪੈ ਗਈ। ਸ਼੍ਰੀ ਰਾਮ ਜਿਨ੍ਹਾਂ ਦੇ ਨਾਮ ਤੇ ਉਹ ਗੱਲ-ਗੱਲ ਤੇ ਵੋਟਾਂ ਮੰਗ ਰਿਹਾ ਹੈ, ਉਹਨਾਂ ਤਾਂ ਨਹੀਂ ਆਪਣਾ ਪਰਿਵਾਰ ਛੱਡਿਆ। पर चलो ये तो पता ही है कि वो दिखावा कर। भव्य राम मंदिर कैसे बना है, किसने बनाया, किसने बनाया, किसने बनाया, किसने बनाया। क्योंकि फिल्म स्टारां ते होर वड्डियां हस्तियां नूं मिलन दा समा है, दुनिया घुम्मण दा समा है, पर परिवार नूं मिलन दा कोई समा नहीं। 1971 ਵਿੱਚ ਉਸਨੇ RSS ਫੁੱਲ ਟਾਈਮ ਜੁਆਇਨ ਕਰ ਲਿੱਤਾ ਅਤੇ 1985 ਵਿੱਚ RSS ਅਸਾਈਨਡ ਹਿਮ ਟੂ BJP। ਇਸੇ ਹੀ ਸਮੇਂ ਦੌਰਾਨ 28 ਸਾਲ ਦੀ ਉਮਰ ਵਿੱਚ ਉਸਨੇ ਦਿੱਲੀ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਪੋਲੀਟੀਕਲ ਸਾਇੰਸ ਦੀ ਪੜ੍ਹਾਈ ਕੀਤੀ, ਜਿਸ ਬਾਰੇ ਅਸੀਂ ਜਾਣਦੇ ਹਾਂ ਕਿ DU ਕੋਲ ਖੁਦ ਵੀ ਕੋਈ ਇਸ ਪੜ੍ਹਾਈ ਦਾ ਸਬੂਤ ਨਹੀਂ ਹੈ। ਦੱਸਣਯੋਗ ਹੈ ਕਿ ਉਸਨੇ ਇਸੇ ਸਟਰੀਮ ਦੀ ਪੋਸਟ ਗ੍ਰੈਜੂਏਸ਼ਨ ਗੁਜਰਾਤ यूनिवर्सिटी तो भी की। छोड़ के चला गया था एट द एज ऑफ 17। मेरी कोई पढ़ाई वढ़ाई नहीं हुई दोस्तों, आपको शायद आश्चर्य होगा जान करके। तो मैं स्कूली शिक्षा गांव में किया, और जैसा मैडम बता रही थी ना कि अपनी शिक्षा के कारण आदमी आगे नहीं बढ़ता है, तो मेरी शिक्षा ही नहीं हुई इसलिए बढ़ गया। ਦਹਾਕੇ ਤੱਕ ਉਸਨੇ ਵੱਖਰੀਆਂ ਪੋਸਟਾਂ ਤੇ ਕੰਮ ਕੀਤਾ ਅਤੇ ਉਸਨੂੰ RSS ਦਾ ਜਨਰਲ ਸੈਕਟਰੀ ਬਣਾ ਦਿੱਤਾ ਗਿਆ। ਗੱਲ ਕਰਦੇ ਹਾਂ 2001 ਦੀ, ਜਦੋਂ 7 ਅਕਤੂਬਰ 2001 ਨੂੰ ਉਸਨੇ RSS ਦੀ ਮਦਦ ਨਾਲ ਗੁਜਰਾਤ ਦੇ CM ਵਜੋਂ ਸਹੁੰ ਚੁੱਕੀ। ਅਸੀਂ ਕਹਿ ਸਕਦੇ ਹਾਂ ਕਿ ਇਹ ਉਸਦੇ ਰਾਜਨੀਤਿਕ ਕੈਰੀਅਰ ਦੀ ਪਹਿਲੀ ਵੱਡੀ ਜਿੱਤ ਸੀ। ਇਸ ਤੋਂ ਠੀਕ 4 ਮਹੀਨਿਆਂ ਬਾਅਦ ਫਰਵਰੀ 2002 ਦੀ ਗੱਲ ਹੈ, ਜਦੋਂ ਗੁਜਰਾਤ ਦੰਗੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਕਾਰਨ ਦੱਸਿਆ ਜਾਂਦਾ ਹੈ ਕਿ ਮੁਸਲਮਾਨਾਂ ਨੇ ਹਿੰਦੂਆਂ ਨਾਲ ਭਰੀ ਟ੍ਰੇਨ ਨੂੰ ਜਲਾ ਦਿੱਤਾ ਤੇ ਉਸ ਤੋਂ ਬਾਅਦ ਹੀ ਇਹ ਦੰਗੇ ਸ਼ੁਰੂ ਹੋਏ। ਦੱਸ ਦਵਾਂ ਕਿ ਇੱਥੇ 1000 ਲੋਕ ਮੇਨਲੀ ਮੁਸਲਿਮ ਹੀ ਮਾਰੇ ਗਏ ਸਨ। ਨਾਲ ਹੀ ਕੁਝ ਇੰਡੀਪੈਂਡੈਂਟ ਚੈਨਲ ਇਹ ਵੀ ਦੱਸਦੇ ਹਨ ਕਿ ਮਾਰੇ ਗਏ ਲੋਕਾਂ ਦੀ ਗਿਣਤੀ 2000 ਦੇ ਕਰੀਬ ਸੀ। ਇਨ੍ਹਾਂ ਰਾਇਟਸ ਦੇ ਲਈ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਤੇ ਉਸ ਨੂੰ ਬਹੁਤ ਹੀ ਕ੍ਰਿਟਿਸਾਈਜ਼ ਕੀਤਾ ਗਿਆ। ਇਹਦੀ ਜਾਂਚ ਲਈ ਕਈ ਕਮੇਟੀਆਂ ਬਿਠਾਈਆਂ ਗਈਆਂ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਰਖਾਈ ਗਈ, ਪਰ ਕੋਈ ਸਬੂਤ ਨਾ ਮਿਲਣ ਕਰਕੇ ਮੋਦੀ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ। ਉਲਟਾ ਉਹਨੂੰ ਗੁਜਰਾਤ ਦੀ ਹੋਈ ਗਰੋਥ ਦੇ ਲਈ ਸਲਾਹਿਆ ਜਾਂਦਾ ਹੈ। ਇੱਥੇ ਮੈਂ ਰਾਈਟਰ ਸੰਜੀਵਨੀ ਬਦੀਗਰ ਲੋਖੰਡੇ ਦੀ ਬੁੱਕ ਨੂੰ ਰੈਫਰ ਕਰਨਾ ਚਾਹੁੰਦੀ ਹਾਂ। ਉਹਨਾਂ ਆਪਣੀ ਬੁੱਕ ਕਮਿਊਨਲ ਵਾਇਲੈਂਸ, ਫੋਰਸਡ ਮਾਈਗ੍ਰੇਸ਼ਨ ਐਂਡ ਦ ਸਟੇਟ ਗੁਜਰਾਤ ਸਿੰਸ 2002 ਵਿੱਚ ਇਹਨਾਂ ਦੰਗਿਆਂ ਨੂੰ ਬੜੀ ਹੀ ਬਰੀਕੀ ਨਾਲ ਪੇਸ਼ ਕੀਤਾ ਹੈ। ਹੀ ਡੈਫੀਨੇਟਲੀ ਨੋਜ਼ ਹਾਊ ਟੂ ਪਰਸੂਏਡ ਪੀਪਲ। ਉਸਨੇ ਆਪਣੀ ਸਟਰੋਂਗ ਪਰਸਨੈਲਿਟੀ, RSS ਦੀਆਂ ਤਕਨੀਕਾਂ ਤੇ ਦੇਸ਼ ਦੇ ਇੱਕ ਬਹੁਗਿਣਤੀ ਵਰਗ ਨੂੰ ਟਾਰਗੇਟ ਕਰਦੇ ਹੋਏ 2014 ਵਿੱਚ ਪ੍ਰਧਾਨ ਮੰਤਰੀ ਦੇ ਪਦ ਵਜੋਂ ਸਹੁੰ ਚੁੱਕੀ। ਉਹਨੇ ਭਾਰਤੀਆਂ ਨੂੰ ਨਵੇਂ ਭਾਰਤ ਦਾ ਸੁਪਨਾ ਵਿਖਾਇਆ ਕਿ ਅੱਛੇ ਦਿਨ ਆਏਂਗੇ।
ਤੇ ਗਰੀਬਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਗਰੀਬਾਂ ਦਾ ਹੀ ਹੈ। ਇੱਕ ਲੋਕਲ ਸਾੜੀ ਬਣਾਉਣ ਵਾਲਾ ਸ਼ਿਵ ਜੋਰੀ ਪਟੇਲ ਕਹਿੰਦਾ ਹੈ ਕਿ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਬੀਜੇਪੀ ਤਾਂ ਸਿਰਫ ਜੀ ਅਰਬਨ, ਰਿਚ ਤੇ ਉੱਚੀਆਂ ਜਾਤਾਂ ਵਾਲਿਆਂ ਦੀ ਹੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਨਾਲ ਹੁਣ ਸਰਕਾਰ ਗਰੀਬਾਂ, ਮਜ਼ਦੂਰਾਂ ਤੇ ਦਲਿਤਾਂ ਦੀ ਵੀ ਸੁਣੇਗੀ। ਸ਼ਲਾਵਾ 10-15 साल तो पहले उधर था कच्चा, उसको तोड़ के फिर इधर बना लिए। वो 4 कमरे की बना रहा हूँ मैं, ये सामने ही है। दरखास्त तो हमने 3 साल पहले ही दे दिया, तो वो 1,20,000 मिल रहे हैं हमको इसमें, तो अभी 15,000 रुपये तो अभी उनने रोक दिए। छत डलने के बाद में ही मिलेगा। अब जेब के पैसे लगाना अब हमारे पास से ही, अब सर लोन ही लेना पड़ेगा। अब इतनी मजदूरी से तो कोई कर नहीं पाएंगे इतने। ਉਸਨੇ ਆਉਂਦੇ ਹੀ ਬਹੁਤ ਸਾਰੇ ਵੱਡੇ ਫੈਸਲੇ ਲਏ ਤੇ ਉਹ ਵੀ ਬਿਨਾਂ ਕਿਸੇ ਦੀ ਸਲਾਹ ਨਾਲ। ਯਕੀਨਨ ਹੀ ਆਪਣੇ ਆਪ ਨੂੰ ਰਾਜਾ ਸਮਝਦਾ ਹੈ। ਆਉਂਦੇ ਹੀ ਉਸਨੇ ਗਰੀਬ ਵਰਗ ਨੂੰ ਟਾਰਗੇਟ ਕਰਕੇ ਆਪਣਾ ਵਿਸ਼ਵਾਸ ਬਣਾਇਆ ਤੇ ਨਾਲ ਹੀ ਕਈ ਸਕੀਮਾਂ ਲਾਂਚ ਕੀਤੀਆਂ। ਦੱਸ ਦਵਾਂ ਕਿ ਉਸਨੇ ਇਹਨਾਂ ਸਕੀਮਾਂ ਦੇ ਨਾਲ ਸਮਾਜ ਨੂੰ ਸੈਲਫ ਇੰਡੀਪੈਂਡੈਂਟ ਨਾ ਬਣਾ ਕੇ ਉਲਟਾ ਗਰੀਬ ਵਰਗ ਨੂੰ ਬ੍ਰਾਈਬ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਗੈਸ ਸਿਲੰਡਰ ਦੇਣੇ, ਟਾਇਲਟਸ ਬਣਵਾਉਣੀਆਂ, ਲੋਕਾਂ ਦੇ ਬੈਂਕ ਖਾਤੇ ਖੋਲਣੇ ਜਾਂ ਫਿਰ ਉਹਨਾਂ ਨੂੰ ਥੋੜੇ ਪੈਸਿਆਂ ਦੀ ਪੈਨਸ਼ਨ ਪ੍ਰੋਵਾਈਡ ਕਰਨੀ। ਇਹ ਤਾਂ ਵੈਸੇ ਉਹੀ ਗੱਲ ਹੋ ਗਈ ਕਿ 4 ਸਾਲ ਪਹਿਲਾਂ ਭੁੱਖੇ ਮਾਰੋ ਤੇ ਫਿਰ ਲਾਸਟ ਕੁਝ ਫ੍ਰੀ ਦੇ ਕੇ ਉਹਨਾਂ ਨੂੰ ਵੋਟਾਂ ਜਿੱਤ ਲਓ। कि प्रधानमंत्री गरीब कल्याण अन्न योजना का विस्तार अब दिवाली और छठ पूजा तक, यानी नवंबर महीने के आखिर तक कर दिया जाए। ਇੱਥੇ ਸਮਝਣ ਦੀ ਲੋੜ ਹੈ ਕਿ ਸਾਨੂੰ ਬਿੱਲ ਮਾਫ ਨਹੀਂ ਚਾਹੀਦੇ, ਸਾਨੂੰ ਸਿਲੰਡਰ ਫ੍ਰੀ ਨਹੀਂ ਚਾਹੀਦੇ, ਬਲਕਿ ਇਹਨਾਂ ਦੀਆਂ ਵੱਧਦੀਆਂ ਕੀਮਤਾਂ ਨੂੰ ਘਟਾਉਣ ਦੀ ਲੋੜ ਹੈ। ਲਈ ਸਰਕਾਰ ਨੇ ਕੀ ਕੀਤਾ? ਉਲਟਾ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਸਰਕਾਰ ਆਪਣੀ ਬ੍ਰਾਂਡਿੰਗ ਕਰ ਰਹੀ ਹੈ। ਮੋਦੀ ਦੇ ਨਾਮ ਤੇ ਸਕੀਮਾਂ ਲਾਂਚ ਕਰਨੀਆਂ, ਜਗ੍ਹਾ ਤੇ ਪੋਸਟਰ, ਬੈਨਰਸ, ਫੋਟੋਆਂ ਲਗਵਾਉਣੀਆਂ, ਇੱਥੋਂ ਤੱਕ ਕਿ ਵੈਕਸੀਨ ਦੇ ਸਰਟੀਫਿਕੇਟ ਤੇ ਵੀ ਮੋਦੀ ਜੀ ਦੀ ਫੋਟੋ ਲਗਾਈ ਗਈ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਟੈਕਸ ਦਾ ਪੈਸਾ ਸਿਰਫ ਮਾਰਕੀਟਿੰਗ 'ਚ ਜਾ ਰਿਹਾ ਹੈ? ਹਾਲ ਹੀ ਵਿੱਚ ਦੇਖੇ ਗਏ ਸੈਲਫੀ ਬੂਥਸ ਕੀ ਹਨ? ਰਿਪੋਰਟ ਅਨੁਸਾਰ ਤਕਰੀਬਨ 4,000 ਕਰੋੜ ਸਾਲਾਨਾ ਲੱਗਦਾ ਹੈ ਮੋਦੀ ਦੀ ਪਪੂਲੈਰਿਟੀ ਦੀ ਐਡਵਰਟਾਈਜ਼ਿੰਗ ਉੱਤੇ। ਹੋਰ ਤੇ ਹੋਰ ਨਰਿੰਦਰ ਮੋਦੀ ਮਾਰਗ, ਨਰਿੰਦਰ ਮੋਦੀ ਸਟੇਡੀਅਮ, ਨਰਿੰਦਰ ਮੋਦੀ ਮੈਡੀਕਲ ਕਾਲਜ, ਇਹ ਮਾਰਕੀਟਿੰਗ ਨਹੀਂ ਤੇ ਹੋਰ ਕੀ ਹੈ? ਸਕੀਮਸ ਭਾਵੇਂ ਚੱਲਣ ਨਾ ਚੱਲਣ, ਪਰ ਹਰ ਜਗ੍ਹਾ ਪ੍ਰਧਾਨ ਮੰਤਰੀ ਜ਼ਰੂਰ ਹੋਣੀ ਚਾਹੀਦੀ ਹੈ। ਮੋਦੀ ਚਾਹੁੰਦਾ ਕਿ ਬਸ ਉਹਨੂੰ ਲੋਕ ਵੋਟਾਂ ਨਾ ਪਾਉਣ, ਸਗੋਂ ਉਹਦਾ ਨਾਮ ਜਪਣ। हमारा मोदी भगवान है और अमित शाह भगवान है और मोदी राम और अमित शाह कृष्ण और देश में जन्म ले लिया। ਸਮੇਂ ਤੇ ਇਹ ਦੇਖਣ ਨੂੰ ਮਿਲਿਆ ਕਿ ਮੋਦੀ ਜੀ ਨੇ ਆਪਣੇ ਕੰਟਰੋਲ ਦੇ ਵਿੱਚ ਆਲਮੋਸਟ ਐਵਰੀਬਾਡੀ ਲੈ ਰੱਖਿਆ ਹੈ, ਪਾਰਟੀ ਮੈਂਬਰਸ, ਜਨਤਾ ਜਾਂ ਫਿਰ ਮੀਡੀਆ ਹੀ ਕਿਉਂ ਨਾ ਹੋਵੇ, ਤਾਂ ਕਿ ਆਪੋਜੀਸ਼ਨ ਦੇ ਲੀਡਰ ਵੀ ਇਹਨਾਂ ਨੇ ਖਰੀਦ ਲਏ। All he wants that psychological impact on everybody. Psychological impact ਦੇ ਵਿੱਚ ਇੱਕ ਹੋਰ ਚੀਜ਼ ਆਉਂਦੀ ਹੈ ਹਿੰਦੂ ਨੈਸ਼ਨਲਿਸਟ ਹੋਣ ਦੀ। Since day one or even before ਤੋਂ ਹੀ ਮੋਦੀ ਜੀ ਹਿੰਦੂ ਆਡੀਅנס ਨੂੰ ਟਾਰਗੇਟ ਕਰਦੇ ਆਏ ਹਨ। ਤੁਹਾਨੂੰ ਵੀ ਪਤਾ ਹੈ ਕਿ ਹਿੰਦੁਸਤਾਨ ਵਿੱਚ ਮੈਜੋਰਿਟੀ ਹਿੰਦੂਇਸਟ ਨੇ, ਪਰ ਸਾਰੇ ਤਾਂ ਨਹੀਂ ਨਾ। ਇਸੇ ਹੀ ਤਰ੍ਹਾਂ ਹਿੰਦੂ ਸੱਭਿਆਚਾਰ ਨੂੰ ਉਤਸ਼ਾਹਿਤ ਕਰਕੇ ਪਾਵਰ ਦੇ ਨਸ਼ੇ ਵਿੱਚ ਉਸਨੇ ਸੱਤਾ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਚਾਬੀ ਉਹਨੂੰ PM ਬਣ ਕੇ ਮਿਲ ਗਈ। ਆਉਂਦੇ ਹੀ ਉਹਨੇ ਆਪਣੀ ਕਾਲ ਦੀ ਸ਼ੁਰੂਆਤ ਕੀਤੀ ਕੁਝ ਆਰਥਿਕ ਸੁਧਾਰਾਂ ਦੇ ਨਾਲ। ਸੁਧਾਰਾਂ ਦਾ ਤਾਂ ਪਤਾ ਨਹੀਂ, ਪਰ ਦੇਸ਼ ਦੀ ਜਨਤਾ ਨੇ ਅਸਥਾਈ ਰੁਕਾਵਟਾਂ ਜ਼ਰੂਰ ਮਹਿਸੂਸ ਕੀਤੀਆਂ ਸੀ। ਨੋਟਬੰਦੀ ਤੇ ਯਾਦ ਹੀ ਹੋਣੀ ਸਾਰਿਆਂ ਨੂੰ। ਐਨੀਵੇਜ਼, ਇਹਨਾਂ ਸੁਧਾਰਾਂ ਵਿੱਚ ਆਉਂਦਿਆਂ ਹੀ ਪਹਿਲਾਂ ਇੰਟਰੋਡਕਸ਼ਨ ਆਫ GST ਤੇ ਡੀਮੋਨੇਟਾਈਜੇਸ਼ਨ ਕੀਤੀ ਗਈ। 8 ਨਵੰਬਰ 2016 ਦੀ ਰਾਤ ਨੂੰ ਜਦੋਂ ਇੱਕੋ ਦਮ ਨੋਟਬੰਦੀ ਦਾ ਐਲਾਨ ਕਰ ਦਿੱਤਾ ਗਿਆ ਤੇ ਮੰਨੋ ਜਿਵੇਂ ਦੁਨੀਆ ਹੀ ਉਲਟ ਗਈ। ਉਹ ਸਮਾਂ ਆਪਾਂ ਕਿਵੇਂ ਭੁੱਲ ਸਕਦੇ? 8 नवंबर 2016 की रात्रि को 12 बजे से वर्तमान में जारी 500 रुपए और 1,000 रुपए के करेंसी नोट लीगल टेंडर नहीं रहेंगे। ਮੈਂ ਖੁਦ ਆਪਣੀ ਮਮ ਦੀ ਦਵਾਈ ਲਈ ਤੇ ਘਰ ਦੇ ਹੋਰ ਖਰਚਿਆਂ ਲਈ ਘੰਟਿਆਂ ਭਰ ਬੈਂਕ ਦੀ ਅੱਗੇ ਖੜੀ ਰਹੀ ਹਾਂ। ਪਰ ਕੀ ਕੋਈ ਸਿਆਸਤਦਾਨ ਜਾਂ ਕੋਈ ਹੋਰ ਵੱਡੀ ਹਸਤੀ ਲਾਈਨਾਂ 'ਚ ਲੱਗੀ ਦਿਖੀ ਤੁਹਾਨੂੰ? ਇੱਥੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਨੋਟਬੰਦੀ ਤੋਂ ਠੀਕ ਪਹਿਲਾਂ ਰਘੂਰਾਮ ਰਾਜਨ ਇੰਡੀਆ ਦੇ ਗਵਰਨਰ ਸਨ। ਉਹ 5 ਸਾਲ ਤੋਂ ਪਹਿਲਾਂ ਹੀ ਰਿਜ਼ਾਈਨ ਕਰ ਗਏ ਜਾਂ ਕਰਵਾ ਦਿੱਤੇ ਗਏ। ਫੇਮਸ ਯੂਟਿਊਬਰ ਰਾਜ ਸ਼ਮਾਨੀ ਨਾਲ ਹੋਈ ਇੱਕ ਇੰਟਰਵਿਊ ਦੇ ਵਿੱਚ ਫਾਰਮਰ ਗਵਰਨਰ ਰਘੂਰਾਮ ਰਾਜਨ ਅੱਜ ਵੀ ਇਸ ਚੀਜ਼ ਨੂੰ RBI ਦੀ ਬੇਵਕੂਫੀ ਅਤੇ ਸਭ ਤੋਂ ਵੱਡੀ ਗਲਤੀ ਦੱਸਦੇ ਹਨ ਅਤੇ ਨਾਲ ਹੀ ਕਹਿੰਦੇ ਹਨ ਕਿ ਇੱਥੇ RBI ਵੀ ਹੈਲਪਲੈਸ ਸੀ ਕਿਉਂਕਿ ਸਰਕਾਰ ਜੋ ਕਵੇ ਉਹ ਕਰਨਾ ਪੈਂਦਾ। You want to be careful about decisions by the RBI?
and decisions that the government asks the RBI to take. And sometimes the RBI has to follow the decisions that are, it's asked of the to ruling do. government. In terms of specific decisions, I would say demonetization comes close to decisions, but it wasn't the RBI, it was a decision it was asked to take because it created a lot of hardship for people. ਕਹਿਣ ਨੂੰ ਨੋਟਬੰਦੀ ਪਹਿਲਾਂ ਹੋਈ ਸੀ ਕੁਝ ਨੋਟਿਡ ਡੇਟ 2016 ਦੀ ਸੀ, ਪਰ GST ਬਿੱਲ ਮਈ 2016 ਨੂੰ ਹੀ ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ ਗਿਆ ਸੀ ਤੇ ਇਸ ਦੀ ਇੰਪਲੀਮੈਂਟੇਸ਼ਨ ਦੀ ਡੇਟ ਫਾਈਨੈਂਸ ਮਿਨਿਸਟਰ ਅਰੁਣ ਜੇਤਲੀ ਵੱਲੋਂ 1 ਅਪ੍ਰੈਲ 2017 ਮਿਥੀ ਗਈ, ਬਟ ਕੁਝ ਬਦਲਾਵ ਕਰਨ ਦੇ ਬਾਅਦ ਫਾਈਨਲੀ GST ਨੂੰ ਜੁਲਾਈ 2017 ਫਾਈਨੈਂਸ਼ੀਅਲ ਈਅਰ ਤੋਂ ਵੀ ਬਾਅਦ ਲਾਂਚ ਕਰ ਦਿੱਤਾ ਗਿਆ। ਜੇ ਸਰਕਾਰ ਕਹੇ ਕਿ GST ਬਹੁਤ ਫਾਇਦੇਮੰਦ ਹੈ ਤਾਂ ਹੋ ਵੀ ਸਕਦੀ ਹੈ। ਇਹਦੇ ਨਾਲ ਬੇਸ਼ੱਕ ਟੈਕਸ ਘਟਿਆ, ਆਨਲਾਈਨ ਬਿਜ਼ਨਸਾਂ ਨੂੰ ਫਾਇਦਾ ਹੋਇਆ ਤੇ ਲੌਜਿਸਟਿਕ ਇੰਪਰੂਵ ਹੋਏ, ਪਰ ਰਾਈਟ ਇਨ ਦਾ ਮਿਡਲ ਆਫ ਫਾਈਨੈਂਸ਼ੀਅਲ ਈਅਰ ਜਦੋਂ ਤੁਸੀਂ GST ਲੈ ਕੇ ਆਓਗੇ ਤਾਂ ਕਿਵੇਂ ਐਕਸਪੈਕਟ ਕਰਦੇ ਹੋ ਕਿ ਐਵਰੀਬਾਡੀ ਉਸ ਸਿਸਟਮ ਨੂੰ ਅਡੈਪਟ ਕਰ ਲਵੇਗਾ? ਮੋਟਾ ਦੱਸਾਂ ਤਾਂ ਇਸ ਦੇ ਨਾਲ ਸਿਰਫ ਛੋਟੇ ਬਿਜ਼ਨਸ ਨਹੀਂ ਬਲਕਿ ਵੱਡੇ ਬਿਜ਼ਨਸ ਵੀ ਇਫੈਕਟ ਹੋਏ। ACCA ਦੀ ਇੱਕ ਰਿਪੋਰਟ ਅਨੁਸਾਰ ਗਿਆ ਕਿ ਗਵਰਨਮੈਂਟ ਨੇ ਕਿਹਾ ਸੀਗਾ ਕਿ 30 ਦਿਨਾਂ ਦੇ ਵਿੱਚ ਰੀਫੰਡ ਆ ਜਾਏਗਾ, ਪਰ ਸਾਨੂੰ ਹਾਲੇ ਤੱਕ ਨਹੀਂ ਮਿਲਿਆ ਕਿਉਂਕਿ ਸਰਕਾਰ ਦਾ ਤਾਂ ਆਪਣਾ ਸਿਸਟਮ ਸਟਰੋਂਗ ਨਹੀਂ ਸੀ। ਇੱਥੋਂ ਤੱਕ ਕਿ ਮਹਾਦੇਵਨ ਸੁਬਰਾਮਨੀ ਡਿਲੋਇਟ ਦੇ ਇੰਡੀਅਨ ਬ੍ਰਾਂਚ ਦੇ ਸੀਨੀਅਰ ਡਾਇਰੈਕਟਰ ਹਨ ਕਿ ਭਾਵੇਂ ਹੀ ਗਵਰਨਮੈਂਟ ਨੇ ਇਹ ਸਭ ਕੁਝ ਚੰਗੇ ਲਈ ਕੀਤਾ ਹੈ, ਪਰ ਬਿਜ਼ਨਸ ਹੈਵ ਫਾਊਂਡ ਇਟ ਡਿਫਿਕਲਟ ਟੂ ਕੀਪ ਦ ਪੇਸ ਮਤਲਬ ਕਿ ਸਾਨੂੰ ਵੀ ਆਪਣੇ ਫਰੇਮਵਰਕ ਆਪਣੇ ਪ੍ਰੋਸੀਜਰਸ ਅਮੈਂਡ ਕਰਨ ਦੇ ਲਈ ਟਾਈਮ ਚਾਹੀਦਾ ਸੀ। ਕੋਈ ਵੀ ਚੇਂਜ ਹੈ ਉਹ ਰਾਤੋਂ ਰਾਤ ਤੇ ਨਹੀਂ ਆ ਜਾਂਦਾ। ਐਨੀਵੇਜ਼ ਇੱਕ ਵਾਰ ਫੇਰ ਅਸਰ ਆਮ ਲੋਕਾਂ ਤੇ ਹੀ ਪਿਆ। ਆਓ ਅੱਗੇ ਦੇਖਦੇ ਹਾਂ ਕਿ ਕਿਵੇਂ ਮੋਦੀ ਨੇ ਹਿੰਦੂ ਕਰਕੇ 2017 ਵਿੱਚ UP ਇਲੈਕਸ਼ਨਸ ਜਿੱਤੀਆਂ ਭਾਵੇਂ ਯੋਗੀ ਆਦਿੱਤਿਆਨਾਥ ਨੇ, ਬਟ ਹੀ ਵਾਸ ਦ ਪਰਫੈਕਟ ਹਿੰਦੂ ਫਿਗਰ ਫॉर BJP। BBC ਦੀ ਇੱਕ ਰਿਪੋਰਟ ਅਨੁਸਾਰ ਦੱਸਿਆ ਜਾਂਦਾ ਹੈ ਕਿ ਮੋਦੀ ਨੇ ਕਿਵੇਂ ਉੱਤਰ ਪ੍ਰਦੇਸ਼ ਵਿੱਚ ਆਪਣੇ ਹਰ ਵਿਰੋਧੀ ਨੂੰ ਮਾਤ ਦਿੱਤੀ। BBC ਦੇ ਹੀ ਰਾਈਟਰ ਸੌਤਿਕ ਵਿਸ਼ਵਾਸ ਲਿਖਦੇ ਹਨ ਕਿ ਕਿਵੇਂ BJP ਨੇ ਜਾਤਾਂ ਦੇ ਗੱਠਜੋੜ ਨੂੰ ਕਰਕੇ ਇਸ ਸਫਲਤਾ ਨੂੰ ਹਾਸਲ ਕੀਤਾ। ਹੁਣ ਗੱਲ ਕਰਦੇ ਹਾਂ ਮਈ 2019 ਦੀ, ਜਦੋਂ ਮੋਦੀ ਨੇ ਆਪਣੀ ਦੂਸਰੀ ਟਰਮ ਸ਼ੁਰੂ ਕੀਤੀ, ਪਰ ਉਸ ਤੋਂ ਠੀਕ 3 ਮਹੀਨੇ ਪਹਿਲਾਂ ਫਰਵਰੀ 2019 ਵਿੱਚ ਇੱਕ ਦੁਖਦ ਘਟਨਾ ਘਟਦੀ ਹੈ, ਪੁਲਵਾਮਾ ਅਟੈਕ, ਜਿਸ ਵਿੱਚ ਆਰਮੀ ਦੇ 40 ਜਵਾਨ ਸ਼ਹੀਦ ਹੋ ਜਾਂਦੇ ਹਨ। ਇੱਕ ਵਾਰ ਫਿਰ ਮੋਦੀ ਐਲੀਗੇਸ਼ਨਸ ਦੇ ਵਿੱਚ ਘਿਰ ਜਾਂਦਾ ਹੈ। ਦ ਡਿਪਲੋਮੈਟ ਦੇ ਕਵਿਤਾ ਚੌਧਰੀ ਦੱਸਦੇ ਹਨ ਕਿ ਸਤਿਆਪਾਲ ਮਲਿਕ ਨੇ ਉਹਨਾਂ ਨੂੰ ਦੱਸਿਆ, ਜਿਨੇ 에ਅਰਲਿਫਟ ਰਿਫਿਊਜ਼ ਕਰ ਦਿੱਤਾ ਅਤੇ ਆਰਮੀ ਨੂੰ ਰਿਸਕੀ ਰੂਟ ਲੈਣਾ ਪਿਆ। ਸਤਿਆਪਾਲ ਮਲਿਕ ਨੂੰ ਮੋਦੀ ਦੇ ਖਿਲਾਫ ਇਸ ਬਿਆਨ ਲਈ ਭਾਰੀ ਕੀਮਤ ਚੁਕਾਉਣੀ ਪਈ। ਉਹਨਾਂ ਦੇ ਘਰੇ CBI ਦੀ ਰੇਡ ਹੋਈ ਅਤੇ ਉਹਨਾਂ ਨੂੰ ਅਰੈਸਟ ਕਰ ਲਿੱਤਾ ਗਿਆ। ਦੱਸਿਆ ਸੀ ਨਾ, ਬੋਲਣਾ ਨਹੀਂ ਚਾਹੀਦਾ ਕੋਈ। ਸੱਚ ਦੱਸਾਂ ਤਾਂ ਮੈਨੂੰ ਇਹ ਵੀ ਇੱਕ ਮੋਦੀ ਸਰਕਾਰ ਦਾ ਪ੍ਰੋਪੇਗੈਂਡਾ ਲੱਗਦਾ ਹੈ, ਕਿਉਂਕਿ 2019 ਦੀਆਂ ਵੋਟਾਂ ਫਿਰ ਉਸਨੇ ਆਰਮੀ ਦੇ ਸ਼ਹੀਦਾਂ ਦੇ ਨਾਮ ਤੇ ਮੰਗੀਆਂ। आपका पहला वोट पुलवामा में जो वीर शहीद हुए, उन वीर शहीदों के नाम आपका वोट समर्पित हो सकता है क्या? ਮੋਦੀ ਸਰਕਾਰ ਨੇ ਅਕਤੂਬਰ 2019 ਵਿੱਚ ਆਰਟੀਕਲ 370A ਪੇਸ਼ ਕਰਕੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ। ਉਹਨਾਂ ਦੀ ਇੰਡੀਪੈਂਡੈਂਸੀ ਖੋ ਲਈ ਗਈ, ਕਮਿਊਨੀਕੇਸ਼ਨ ਤੇ ਆਵਾਜਾਈ ਬੰਦ ਕਰ ਦਿੱਤੀ ਗਈ, ਉੱਥੇ ਦੰਗੇ ਹੋਏ ਅਤੇ ਬਹੁਤ ਹੀ ਦੁਖਦ ਮਾਹੌਲ ਬਣ ਗਿਆ। ਇਸ ਦੇ ਲਈ ਮੋਦੀ ਨੂੰ ਇੱਕ ਵਾਰ ਫਿਰ ਜ਼ਿੰਮੇਵਾਰ ਠਹਿਰਾਇਆ ਗਿਆ। On August 16th, the wire went back to Achar near Saura to find out what local people have to say. This time, we came across a protest that seemed almost as large as the last one. Thousands of men, women and children had gathered to protest the centre's move. ਸਰਕਾਰ ਫੇਰ ਨਹੀਂ ਟਲੀ ਤੇ ਉਹਨਾਂ ਨੇ ਇੱਕ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਪਾਸ ਕੀਤਾ। ਇਹਦੇ ਵਿੱਚ ਕਿਹਾ ਗਿਆ ਕਿ ਅਫਗਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਦੇ ਵਿੱਚ ਰਹਿੰਦੇ ਹਿੰਦੂ, ਬੁੱਧਿਸਟ, ਜੈਨ, ਕ੍ਰਿਸਚਨ, ਸਿੱਖ ਕੋਈ ਵੀ ਹੋਵੇ ਉਹ ਆ ਕੇ ਇੰਡੀਆ ਵਿੱਚ ਸ਼ਰਨ ਲੈ ਸਕਦੇ ਹਨ, ਪਰ ਇਸ ਲਾਅ ਦੇ ਵਿੱਚ ਕਿਤੇ ਵੀ ਮੁਸਲਿਮਾਂ ਦੀ ਗੱਲ ਨਹੀਂ ਕੀਤੀ ਗਈ। ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਗਲੋਬਲ ਲੈਵਲ ਤੇ ਕ੍ਰਿਟਿਸਾਈਜ਼ ਕੀਤਾ ਗਿਆ। ਇੱਥੇ ਦੱਸ ਦਵਾਂ ਕਿ ਅਮੈਂਡਮੈਂਟ ਇੱਕ ਸੁਧਾਰ ਹੁੰਦਾ ਹੈ, ਪਰ ਮੋਦੀ ਸਰਕਾਰ ਇਹ ਸੁਧਾਰ ਆਪਣੇ ਫਾਇਦੇ ਲਈ ਕਰ ਰਹੀ ਹੈ। ਪਤਾ ਲੱਗਦਾ ਹੈ ਕਿ ਉਹ ਆਪਣੇ ਫਾਇਦੇ ਲਈ ਸੰਵਿਧਾਨ ਨੂੰ ਵੀ ਬਦਲ ਸਕਦਾ ਹੈ। ਯੋਜਨਾਵਾਂ ਦੀ ਗੱਲ ਕਰਾਂ ਤਾਂ ਮੋਦੀ ਨੂੰ ਕਿਹੜੇ-ਕਿਹੜੇ ਸੈਕਟਰ ਵਿੱਚ ਕ੍ਰਿਟਿਸਾਈਜ਼ ਨਹੀਂ ਕੀਤਾ ਗਿਆ।
ਦੇਸ਼ ਦਾ ਇੱਕ ਵੱਡਾ ਸੈਕਟਰ ਆਉਂਦਾ ਹੈ ਐਗਰੀਕਲਚਰ ਸੈਕਟਰ। ਇਸ ਦੇ ਲਈ ਵੀ 3 ਕਾਲੇ ਕਾਨੂੰਨ ਬਣਾਏ ਗਏ ਅਤੇ ਸੰਵਿਧਾਨ ਵਿੱਚ ਲਿਖ ਵੀ ਦਿੱਤੇ ਗਏ। ਕਿਸਾਨਾਂ ਨੂੰ ਡਰ ਸੀ ਕਿ ਇਹ ਸੁਧਾਰ ਉਹਨਾਂ ਦਾ ਸ਼ੋਸ਼ਣ ਕਰ ਸਕਦੇ ਹਨ, ਜਿਸ ਦੇ ਵਿਰੋਧ ਵਿੱਚ ਕਿਸਾਨ ਤੇ ਉੱਤਰ ਆਏ ਅਤੇ ਨਵੰਬਰ ਦੀ ਸ਼ੁਰੂਆਤ ਵਿੱਚ ਪੱਧਰ ਤੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ। ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਕਾਫੀ ਰੁਕਾਵਟ ਬਣੀ ਰਹੀ। ਦੱਸਣਯੋਗ ਹੈ ਕਿ ਇਸੇ ਹੀ ਸਾਲ ਦੌਰਾਨ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਸਨ। ਫਿਰ 2021 ਵਿੱਚ ਮੋਦੀ ਦੀਆਂ ਨੀਤੀਆਂ ਉਲਟ ਗਈਆਂ। ਵਿਰੋਧ ਪ੍ਰਦਰਸ਼ਨ ਵੱਧ ਗਏ, ਜਿਸ ਦੇ ਸਿੱਟੇ ਵਜੋਂ ਜਨਵਰੀ ਵਿੱਚ ਕਿਸਾਨ ਲਾਲ ਕਿਲੇ ਤੱਕ ਪਹੁੰਚ ਗਏ ਅਤੇ ਸਰਕਾਰ ਦੁਆਰਾ ਅਸਧਾਰਨ ਪਾਬੰਦੀਆਂ ਅਤੇ ਕਾਰਵਾਈਆਂ ਉਹਨਾਂ ਨੂੰ ਦਬਾਉਣ ਵਿੱਚ ਅਸਫਲ ਰਹੀਆਂ। ਇਸ ਤੋਂ ਹੀ ਕੁਝ ਸਮੇਂ ਬਾਅਦ ਦੀਪ ਸਿੱਧੂ ਦੀ ਮੌਤ ਦੀ ਖਬਰ ਆਉਂਦੀ ਹੈ, ਜਿਸ ਨੂੰ ਕਿ ਐਕਸੀਡੈਂਟ ਦੱਸ ਕੇ ਵਿਦਆਊਟ ਐਨੀ ਫਰਦਰ ਇਨਵੈਸਟੀਗੇਸ਼ਨ ਬੰਦ ਕਰ ਦਿੱਤਾ ਗਿਆ ਹੈ। ਇੱਕ ਵਾਰ ਫਿਰ ਕੋਈ ਬੋਲਣਾ ਨਹੀਂ ਚਾਹੀਦਾ। ਮੋਦੀ ਕਹਿੰਦਾ ਹੈ ਕਿ ਧਰਮ ਕਦੀ ਵੀ ਵੋਟਾਂ ਦਾ ਮੁੱਦਾ ਨਹੀਂ ਬਣਿਆ, ਪਰ ਆਪਣੇ ਦੂਸਰੇ ਕਾਰਜਕਾਲ ਵਿੱਚ ਉਸਨੇ ਰਾਮ ਮੰਦਿਰ ਦਾ ਐਲਾਨ ਕੀਤਾ ਅਤੇ ਹਿੰਦੂ ਕਰਕੇ ਵੋਟਾਂ ਪਾਈਆਂ। संगठन कर सके, हिंदू समाज को एक सूत्र में जोड़ सके, आक्रामकता के साथ अपनी कार्रवाई को अंजाम दे सके। कांग्रेस को अली पर, सपा बसपा को अली पर विश्वास है, हमें भी बजरंग बली पर विश्वास है। हिंदुत्व पर जो प्रहार करेगा उसको महाप्रलय को स्वयं आमंत्रित कर देगा, उस महाप्रलय की चपेट में स्वयं भी आएगा। इस बारे में किसी को कोई गलतफहमी नहीं होनी चाहिए। हम प्रशासन से एफआईआर दर्ज नहीं करवाएंगे, बल्कि कम से कम 10 ऐसे लोगों की हत्या उससे करवाएंगे जो लोग और हम लोगों ने तय कर रखा है कि अगर वो एक हिंदू बालिका को ले जाएंगे तो कम से कम 100 मुस्लिम बालिकाओं को हिंदू अलग संस्कृति है, मुस्लिम अलग संस्कृति है, दोनों एक साथ नहीं रह सकती। दो संस्कृतियां कभी एक साथ नहीं रह सकती हैं। ये टकराव होगा, जरूर होगा। योगी नहीं अंगारा है। ਨਾਲ ਹੀ ਮੋਦੀ ਭਗਤ ਗੱਲ ਕਰਦੇ ਹਨ ਵੂਮਨ ਸੇਫਟੀ ਦੀ ਤੇ ਡੋਮੈਸਟਿਕ ਵਾਇਲੈਂਸ ਦੇ ਘੱਟ ਹੋਣ ਦੀ। नई पार्लियामेंट है, उसका जो पहला सेशन हुआ है वो वुमेन एम्पावरमेंट को, वुमेन अपलिफ्टमेंट को, जो औरत स्त्रियों का सशक्तिकरण है उसके लिए डेडिकेट किया गया। तो ये बहुत बड़ी स्टेटमेंट बनाई है जो भारतीय जनता पार्टी है, हमारे ऑनरेबल प्राइम मिनिस्टर हैं, वो कोई भी मुद्दा, कोई भी चीज डिस्कस कर सकते थे, लेकिन उन्होंने वुमेन को एज अ प्रायोरिटी रख के, गर्ल चाइल्ड को, हमारी जो यंग वुमेन है, एल्डरली वुमेन है, सबको प्रायोरिटी रख के महिला सशक्तिकरण का मुद्दा उठाया है। तो आई थिंक दिस इज फैंटास्टिक और ये पूरे देश के लिए एक प्रेसिडेंट बन जाएगा कि महिलाएं जो हैं वो इस देश की और हर हाउस होल्ड की, हर रिलेशनशिप की प्रायोरिटी होनी चाहिए। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ 2021 ਵਿਚਲੇ ਔਰਤਾਂ ਖਿਲਾਫ ਕੇਸ 4,28,000 ਤੋਂ 4% ਵੱਧ ਕੇ 4,45,000 ਹੋ ਜਾਂਦੇ ਹਨ, ਉਹ ਵੀ ਮੋਦੀ ਸਰਕਾਰ ਦੇ ਵੇਲੇ ਤੇ। ਮਾਰਕੀਟਿੰਗ ਦਾ ਇੱਕ ਹੋਰ ਚਿਹਰਾ ਵਾਰ ਰੁਕਵਾਦੀ ਪੌਪਾ ਤੋਂ ਨਜ਼ਰ ਆਉਂਦਾ ਹੈ। मैंने कहा था ना, कैसी भी सिचुएशन हो मोदी जी हमें घर ले आएंगे। वॉर रुकवा दी पापा और फिर हमारी बस निकाली पापा। Extrapolating that to say that somebody is holding a bombing or that this is somewhere we are coordinating that, I think is absolutely inaccurate. I don't think if I could be more facetious, then it will extrapolate itself. So we would then order a resumption of bombing. I think that's really getting a bit much ahead of ourselves. पापा ने वॉर रुकवा दी, पापा हमें नौकरी क्यों नहीं देते? पापा हमें नौकरी क्यों नहीं देते? लेकिन इस तरीके की इमेज तो जा रही है ना, मोदी जी ने वॉर रुकवा दी। अरे सब प्रोपेगेंडा है, इलेक्ट्रल बॉन्ड का खर्चा है, इलेक्ट्रल बॉन्ड का पैसा है, कहीं तो यूज होगा। किसी एक्टर को उठा के बेटी बना देंगे, पापा ने वॉर। ਜੀ ਨੂੰ ਕਿਸਾਨ ਤਾਂ ਨਹੀਂ ਦਿਖਦੇ ਸੜਕਾਂ ਤੇ ਬੈਠੇ ਅਤੇ ਨਾ ਹੀ ਮਨੀਪੁਰ ਸੜਕਾਂ। Here we come! We are the indigenous people! We gonna fuck you up!
ਅੱਜ 1 ਸਾਲ ਤੋਂ ਉੱਤੇ ਹੋ ਗਿਆ ਹੈ ਇਸ ਮੇਜਰ ਟੈਨਸ਼ਨ ਨੂੰ ਚੱਲਦੇ ਹੋਏ, ਪਰ ਸਰਕਾਰ ਇੱਕ ਵਾਰ ਫੇਰ ਗੁਜਰਾਤ ਰਾਇਟਸ ਦੀ ਤਰ੍ਹਾਂ ਮੂੰਹ ਬੰਦ ਕਰਕੇ ਬੈਠੀ ਹੋਈ ਹੈ। ਤੁਹਾਡੇ ਚਹੇਤੇ ਮੋਦੀ ਜੀ ਨੇ ਹੁਣ ਤੱਕ ਬਸ ਇਹ ਹੀ ਕਿਹਾ ਹੈ ਕਿ ਇਹ ਬਹੁਤ ਦੁਖਦ ਘਟਨਾ ਹੈ। ਸਾਨੂੰ ਵੀ ਪਤਾ ਹੈ ਦੁਖਦ ਘਟਨਾ ਹੈ, ਪਰ ਤੁਸੀਂ ਕੀ ਕੀਤਾ? As usual, no corrective measures have been taken so far. ਹੁਣ ਦੇਖਦੇ ਹਾਂ ਆਪਣੇ ਪੰਜਾਬ ਵੱਲ। ਪੰਜਾਬ ਵਿੱਚ ਵੀ ਬੀਜੇਪੀ ਹਰ ਥਾਂ ਦੀ ਤਰ੍ਹਾਂ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰਦੀ ਆਈ ਹੈ ਤੇ ਸਮੇਂ-ਸਮੇਂ ਤੇ ਮੋਦੀ ਸਿੱਖਾਂ ਨੂੰ ਭਰਮਾਉਣ ਲਈ ਡਰਾਮੇ ਵੀ ਕਰਦਾ ਆਇਆ ਹੈ। ਬੀਜੇਪੀ ਦੀ ਇੱਕ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜੋ ਕਿ ਬੀਜੇਪੀ ਦੇ ਨਾਲ ਜੁੜ ਕੇ ਹਮੇਸ਼ਾ ਕੰਮ ਕਰਦੀ ਆਈ ਹੈ, ਨੂੰ ਇਸ ਵਾਰ ਬੀਜੇਪੀ ਦੇ ਨਾਲ ਨਹੀਂ ਵਰਕਰਸ ਦੀ ਰਾਏ, ਮਤਲਬ ਇਸ ਵਾਰ ਉਹਨਾਂ ਨੂੰ ਬੀਜੇਪੀ ਤੋਂ ਕੋਈ ਫਾਇਦਾ ਨਹੀਂ ਮਿਲ ਰਿਹਾ। ਆ ਫੈਸਲਾ ਲਿਆ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ ਉન્નਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਹੁਮਾ ਕੇ ਪਾਣਗੇ। ਇਸੇ ਦੇ ਚੱਲਦਿਆਂ 23 ਮਈ ਨੂੰ ਹੋਈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਨਰਿੰਦਰ ਮੋਦੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਹਿ ਰਹੇ ਹਨ ਕਿ ਮੋਦੀ ਜੀ ਨੇ ਸਾਡੇ ਲਈ ਕੀਤਾ ਹੀ ਕੀ ਹੈ। ਉਹਨਾਂ ਨੇ ਸਾਡੇ ਪਾਣੀਆਂ ਲਈ ਕੀ ਕੀਤਾ ਹੈ, ਉਹਨਾਂ ਨੇ MSP ਦੀ ਗਰੰਟੀ ਲਈ ਕੀ ਕੀਤਾ ਹੈ। ਕੋਈ ਇਹਨਾਂ ਨੂੰ ਪੁੱਛੇ ਕਿ ਤੁਸੀਂ ਕੀ ਕੀਤਾ ਸੀ। ਹੋਰ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜੀ ਨੂੰ ਪੁੱਛ ਰਹੇ ਹਨ ਕਿ ਤੁਸੀਂ ਸਾਡੇ ਕਿਸਾਨਾਂ ਲਈ ਕੀ ਕੀਤਾ, ਜੋ ਸਾਡੇ 800 ਤੋਂ ਵੱਧ ਕਿਸਾਨ ਮਰ ਗਏ, ਤੁਸੀਂ ਉਹਨਾਂ ਲਈ ਕੀ ਕੀਤਾ। ਤੇ ਨਾਲ ਹੀ ਕਿਹਾ ਕਿ ਸਰਜੀਕਲ ਸਟ੍ਰਾਈਕ ਤੇ ਕਰਤਾਰਪੁਰ ਬਾਰਡਰ ਖੋਲਣ ਦੇ ਨਾਲ ਲੋਕਾਂ ਦੇ ਢਿੱਡ ਨਹੀਂ ਭਰਨੇ। ਤੇ ਇਹ ਕਹਿਣਾ ਠੀਕ ਹੋਵੇਗਾ ਕਿ ਉਹਨਾਂ ਨੇ ਉਹੀ ਗੱਲਾਂ ਦਾ ਮੁੱਦਾ ਬਣਾਇਆ ਜਿਹੜੀਆਂ ਕਿ 2017 ਤੋਂ ਬਾਅਦ ਹੋਈਆਂ। ਹੁਣ ਜੋ ਇਹ ਆਪ ਅਤੇ ਕਾਂਗਰਸ ਤੇ ਸ਼ਿਕੰਜੇ ਕੱਸ ਰਹੇ ਹਨ, ਕੀ ਇਹ ਦੱਸ ਸਕਦੇ ਹਨ ਕਿ ਉਦੋਂ ਕਿਸਾਨ ਨਹੀਂ ਸੀ ਮਰਦੇ? ਕਿ ਨਸ਼ਿਆਂ ਦਾ ਮੁੱਦਾ ਨਵਾਂ ਹੈ ਜਾਂ ਫਿਰ ਪਾਣੀਆਂ ਦੀ ਹੀ ਗੱਲ ਕਰ ਲਈਏ? ਪਰ ਉਸ ਸਭ ਤੇ ਵੀ ਅਸੀਂ ਤੁਹਾਨੂੰ ਜਲਦੀ ਹੀ ਡਿਟੇਲ ਵੀਡੀਓ ਪ੍ਰੋਵਾਈਡ ਕਰਾਂਗੇ। ਕਿਸਾਨਾਂ ਨੇ ਦਿੱਲੀ ਦਾ 2 ਵਾਰ ਦਰਵਾਜ਼ਾ ਖੜਕਾਇਆ ਤਾਂ ਦੋਨਾਂ ਵਾਰ ਉਹਨਾਂ ਨਾਲ ਅਜਿਹਾ ਸਲੂਕ ਕੀਤਾ ਗਿਆ ਜਿਵੇਂ ਕਿਸਾਨ ਦੇਸ਼ ਦਾ ਹਿੱਸਾ ਹੀ ਨਾ ਹੋਣ। ਮਾਰੇ ਗਏ ਸੈਂਕੜੇ ਕਿਸਾਨਾਂ ਦੀ ਮੌਤ ਦਾ ਜਵਾਬ ਹੈ PM ਕੋਲ। ਧਰਨਿਆਂ 'ਚ ਹੋਈ ਤਸ਼ੱਦਦ ਦਾ ਤਾਂ ਸਾਨੂੰ ਪਤਾ ਹੀ ਹੈ। ਕਦੀ ਸੈਂਟਰਲ ਸਰਕਾਰ ਨੇ ਕਿਸਾਨਾਂ ਨੂੰ ਵੱਖਵਾਦੀ ਅਤੇ ਅੱਤਵਾਦੀ ਕਿਹਾ। ਦਿੱਲੀ ਨੂੰ ਲੱਗਦੇ ਬਾਰਡਰਾਂ ਉੱਤੇ ਅਜਿਹੀ ਬੈਰੀਕੇਡਿੰਗ ਕੀਤੀ ਗਈ ਜਿਵੇਂ ਕਿਸੇ ਦੇਸ਼ ਦੀ ਸਰਹੱਦ ਤੇ ਕੀਤੀ ਜਾਂਦੀ ਹੈ। ਪਹਿਲਾਂ ਵੀ ਮੋਦੀ ਚੁੱਪ ਰਿਹਾ ਤੇ ਫਿਰ ਬਿੱਲਾਂ ਨੂੰ ਵਾਪਸ ਲੈਣ ਤੇ ਗੋਦੀ ਮੀਡੀਆ ਨੇ ਉਹਨੂੰ ਮਾਸਟਰ ਸਟ੍ਰੋਕ ਦੱਸਿਆ। ਹੁਣ ਤੱਕ ਸਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੈ ਕਿ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਸਾਰੇ ਦਾਗ ਧੱਬੇ ਧੋ ਦਿੰਦੀ ਹੈ। ਇਸੇ ਤਰ੍ਹਾਂ ਲੋਕਾਂ ਨੂੰ ਭਰਮਾ ਕੇ, ਝੂਠੇ ਵਾਅਦੇ ਕਰਕੇ ਜਾਂ ਫਿਰ ਹਿੰਦੂਤਵ ਦੀ ਆੜ ਦੇ ਵਿੱਚ ਮੋਦੀ ਜੀ ਬਣਦੇ ਆ ਰਹੇ ਹਨ ਸਾਡੇ ਪ੍ਰਧਾਨ ਮੰਤਰੀ। ਤੇ ਫਾਇਦਾ ਕਿਸ ਦਾ ਹੋ ਰਿਹਾ ਹੈ? ਜਨਤਾ ਦਾ ਜਾਂ ਫਿਰ ਸਰਕਾਰ ਦਾ? ਹੁਣੇ ਤੁਸੀਂ ਹੀ ਡਿਸਾਈਡ ਕਰਨਾ ਹੈ ਕਿ ਤੁਸੀਂ ਵੋਟ ਕਿਸ ਨੂੰ ਪਾਉਣੀ ਹੈ। ਜਸ ਨੂੰ ਸੁਣਨ ਲਈ ਧੰਨਵਾਦ।